ਸਤਿ ਸ਼੍ਰੀ ਅਕਾਲ ਦੋਸਤੋ, मैं इस वक्त खड़ा हाँ विज्ञान भवन जिथे कुछ ही समय बाद ਜਿਹੜੀ ਕਿਸਾਨਾਂ ਦੀ ਅਤੇ ਜਿਹੜਾ ਹੈਗਾ ਆਪਾਂ ਕਿ ਸਰਕਾਰ ਜਿਹੜੀ ਹੈਗੀ ਆਪਾਂ ਕਿ 10ਵੇਂ ਗੇੜ ਦੀ ਜਿਹੜੀ ਹੈਗੀ ਹੁਣ ਆਪਾਂ ਕਿ ਗੱਲਬਾਤ ਹੋਣੀ ਹੈ। ਤੇ ਉਸ ਤੋਂ ਪਹਿਲਾਂ ਜਿਹੜੇ ਇਸ ਵਕਤ ਜਿਹੜੇ ਹੈਗੇ ਆ ਅਲੱਗ-ਅਲੱਗ ਆਗੂ ਇੱਥੇ ਅੱਡ-ਅੱਡ ਬੈਠਾਂ ਦੇ ਰਿਹਾ, ਜਿਵੇਂ ਕਿ ਜੋਗਿੰਦਰ ਸਿੰਘ ਜੀ ਉਗਰਾਹਾ। ਉਸ ਤੋਂ ਬਿਨਾਂ ਜਿਹੜਾ ਹੈਗੇ ਨੇ ਆਪਣੇ ਬਾਪੂ ਖੁੰਡੇ ਵਾਲੇ ਤੁਸੀਂ ਦੇਖੇ ਹੋਣੇ ਆ। ਇਹ ਸਾਰੇ ਦੇ ਸਾਰੇ ਆਪਾਂ ਇਸ ਵਕਤ ਜਿਹੜਾ ਹੈਗਾ ਅੰਦਰ ਜਾਣ ਦੀਆਂ ਤਿਆਰੀਆਂ, ਪਰ ਉਦੋਂ ਪਹਿਲਾਂ ਮੈਂ ਮੰਨ ਲਈ ਗੱਲ, ਮੈਂ ਕਦੋਂ ਕਹਿਣਾ ਲਾਈਵ ਚੱਲਦਾ, ਮੈਂ ਵੀ ਲਾਈਵ ਚੱਲਦਾ, ਟੈਨਸ਼ਨ ਨਾ ਲੈ। ਸੋ ਇੱਥੇ ਜਿਹੜਾ ਹੈਗਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਅਜੇ ਜਿਹੜਾ ਹੈਗਾ ਕਿਸਾਨ ਆਗੂ ਬਾਹਰ ਮੀਡੀਆ ਨਾਲ ਗੱਲਬਾਤ ਕਰ ਰਹੇ ਆ। ਉਹ ਤੋਂ ਬਿਨਾਂ ਬਸ ਸ਼ੇਅਰ ਵਾਲਾ ਬਟਨ ਤੁਸੀਂ ਦੱਬੀ ਰੱਖਿਓ, ਕੰਮ ਵਾਲਾ ਬਟਨ ਮੈਂ ਦੱਬੀ ਰੱਖਣਾ ਤੇ ਗੱਲਬਾਤ ਕਰਦੇ ਆ। ਜਿਹੜਾ ਹੈਗਾ ਆਪਾਂ ਥੋੜਾ ਇਧਰਲੇ ਪਾਸੇ ਨੂੰ ਕੋਈ ਨਹੀਂ ਆ ਗਿਆ ਇੱਧਰ ਦੇ ਇੱਧਰ ਦੇ। ਹੋਰ ਕੀ ਹਾਲੇ ਚੱਲਿਆ? ਵਧੀਆ ਵਧੀਆ, ਠੀਕ ਹੋ ਬਾਈ? ਠੀਕ ਹੈ, ਹਾਂ ਭਰਾ ਠੀਕ ਠਾਕ, ਹਾਂ ਨਹੀਂ। ਤੇ ਜਿਹੜਾ ਹੈਗਾ ਅੱਜ ਕੀ ਆਪਾਂ ਕਿ ਅੱਜ ਜਿਹੜਾ ਹੈਗਾ ਅੱਜ ਵਾਲੀ ਮੀਟਿੰਗ ਦੇ ਵਿੱਚੋਂ ਕੀ ਨਿਬੜਨਾ ਉਹਦੇ ਬਾਰੇ ਮੈਂ ਗੱਲਬਾਤ ਥੋੜੀ 1-2 ਮਿੰਟ ਦੇ ਵਿੱਚ ਹੀ ਜਿਹੜਾ ਹੈਗਾ ਕਰਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਇਸ ਬੈਠਕ ਦੇ ਵਿੱਚ ਕੋਈ ਸਹਿਮਤੀ ਜਤਾਈ ਜਾਂਦੀ ਹੈ ਕਿ ਸਹਿਮਤੀ ਬਣਦੀ। ਅੱਜ 10ਵਾਂ ਗੇੜਾ 10ਵਾਂ ਦੌਰ ਦੀ ਜਿਹੜੀ ਹੈਗੀ ਆ ਗੱਲਬਾਤ ਜਿਹੜੀ ਹੈਗੀ ਆ ਹੁਣ ਆਪਾਂ ਅੱਗੇ ਸ਼ੁਰੂ ਹੋਣ ਵਾਲੀ ਦੇ ਵਿੱਚ ਕੁਝ ਹੀ ਸਮਾਂ ਬਾਕੀ ਹੈ। ਇਸ ਤੋਂ ਬਾਅਦ ਜਿਹੜੇ ਆਗੂ ਆ ਕਿਸਾਨ ਆਗੂ ਅੰਦਰ ਚਲੇ ਜਾਣਗੇ ਤਾਂ ਤੁਸੀਂ ਦੇਖ ਸਕਦੇ ਸਾਹਮਣੇ ਬਾਪੂ ਖੁੰਡੇ ਵਾਲੇ ਜਿਹੜੇ ਆਪਣੇ ਆਪਾਂ ਗੱਲ ਕਰਗੇ ਤੇ ਅੰਦਰ ਜਾਣ ਦੀਆਂ ਤਿਆਰੀਆਂ। ਬਸ ਜੋ ਹੀ ਸਮਾਂ ਮਿਲਦਾ ਤੇ ਆਪਾਂ ਅੱਜ ਬਚਾਇਆ ਨੇ ਤੁਹਾਨੂੰ ਦੱਸੂਗਾ। ਤੇ ਜਿਹੜਾ ਹੈਗਾ ਹਜੇ ਮੀਟਿੰਗਾਂ ਦਾ ਦੌਰ ਜਾਰੀ ਹੈ। 10ਵੇਂ ਗੇੜ ਦੀ ਬਾਰ ਦਾ ਤਾਂ ਸਾਰੀ ਗੱਲਬਾਤ ਹੈ, ਪਰ ਮੈਂ ਤੁਹਾਨੂੰ 1-2 ਗੱਲਾਂ ਉਹਦੇ ਨਾਲ ਦੀ ਨਾਲ ਦੱਸੀ ਜਾਵਾਂ। ਇੱਕ ਤਾਂ ਤੁਸੀਂ ਸਾਰਿਆਂ ਦਾ ਤੁਹਾਡੀ ਡਿਊਟੀ ਹੈ ਭਰਾਵੋ, ਗੁਰਪ੍ਰੀਤ ਕੋਟਲੀ ਪੇਜ ਨੂੰ ਜਿਹੜਾ ਹੈਗਾ ਫੋਲੋ ਕਰੀ ਜਾਓ ਤੇ ਨਾਲ ਦੀ ਨਾਲ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਸਾਰੀ ਆਪਾਂ ਅੱਗੇ ਡਿਟੋ ਗੱਲਾਂ ਸਾਨੂੰ ਜਿਹੜੀਆਂ ਦੱਸ ਸਕਾਂ। ਸਾਹਮਣੇ ਤੁਸੀਂ ਦੇਖ ਰਹੇ ਹੋ ਸਾਡੇ ਬਾਪੂ ਖੜੇ ਖੁੰਡੇ ਵਾਲੇ ਤੇ ਖੁੰਡਾ ਲੈ ਕੇ ਅੰਦਰ ਜਾਂਦੇ ਆ, ਖੁੰਡਾ ਖੜਕਾਉਣਗੇ ਤੇ ਕੀ ਬਣਨਾ। ਤੇ ਤੁਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ, ਕਿਉਂਕਿ ਰੀਚ ਆਪਣੀ ਲਗਭਗ ਫੇਸਬੁੱਕ ਖਤਮ ਕਰ ਰੱਖੀ, ਤਾਂ ਕਰਕੇ ਮੈਂ ਉੱਤੇ ਲਿਖ ਹੀ ਦਿੰਦਾ ਹੁੰਦਾ ਵੀ ਭਾਈ। ਉਸ ਤੋਂ ਬਾਅਦ ਜੋਗਿੰਦਰ ਸਿੰਘ ਜੀ ਉਗਰਾਹਾ ਆਪਣੇ ਨਾਲ ਮੈਂ ਤੇ ਵੱਡਾ ਮੋੜਾ ਸਰਕਾਰ ਅੜੀ ਵੀ ਆ, ਆਪਣੀ ਗੱਲ ਤੇ ਅੜੀ ਵੀ ਆ, ਉਹਨਾਂ ਦੀ ਵਫਾਦਾਰੀ ਇਹ ਕਰ ਰਹੇ ਨੇ। ਇਹ ਤਾਂ ਸਿਰਫ ਲੋਕਾਂ ਨੂੰ ਦਿਖਾਉਣ ਦੀ ਖਾਤਰ ਬਾਰ-ਬਾਰ ਮੀਟਿੰਗਾਂ ਕਰ ਰਹੇ ਨੇ। ਅਸੀਂ ਵੀ ਇਹਨਾਂ ਦੀ ਗੱਲ ਨੂੰ ਪੁੱਛਣ ਖਾਤਰ ਬਾਰ-ਬਾਰ ਮੀਟਿੰਗਾਂ ਕਰ ਰਹੇ ਹਾਂ। ਸਾਨੂੰ ਪਤਾ ਨਹੀਂ ਹੋਣਾ ਬਾਈ ਸਾਈਡ ਤੇ ਹੋ ਜਾ, ਤੂੰ ਕਰ ਲੈ। ਉਹ ਵੀ ਕਰੀ ਜਾਣਾ, ਹੋਰ ਕੀ ਕਰਾਂ। ਅਸੀਂ ਦੱਸੀ ਆ ਵੀ ਰਿੰਗ ਰੋਡ ਤੇ ਅਸੀਂ ਮੰਗ ਕਰਾਂਗੇ। ਇੱਕ ਮਿੰਟ ਅਸੀਂ ਇਹ ਕਹਿੰਦੇ ਵੀ ਕਾਨੂੰਨਾਂ ਦੇ ਸਾਡੇ ਗਣਤੰਤਰ ਦਿਵਸ ਤੇ ਕਰਾਂਗੇ, ਉਸੇ ਦਿਨ ਤੇ ਕਰਾਂਗੇ 26 ਤਰੀਕ ਵਾਲੇ। ਸਾਡਾ ਅਧਿਕਾਰ ਹੈ, ਸਾਨੂੰ ਇੱਥੇ ਜਾਣ ਦਾ ਹੱਕ ਹੈ, ਸਾਡਾ ਜਮਹੂਰੀ ਹੱਕ ਹੈ, ਹੱਕ ਦੀ ਵਰਤੋਂ ਕਰਾਂਗੇ। ਹਾਂ ਜੀ, ਜੇਕਰ ਅੱਜ ਗੱਲ ਕਰ ਲਈਏ ਮੀਟਿੰਗ ਦੇ ਵਿੱਚ ਚਰਚਾ ਨਿਕਲ ਕੇ ਆ ਰਹੀ ਹੈ ਕਿ 1955 ਵਾਲਾ ਜੋ ਕਾਨੂੰਨ ਹੈ ਉਹਦੇ ਤੇ ਸਹਿਮਤੀ ਬਣਾ ਸਕਦੀ ਹੈ ਸਰਕਾਰ ਤੁਹਾਡੇ ਦੇ ਨਾਲ, ਜਾਂ ਉਸ ਨੂੰ ਰੱਦ ਕੀਤਾ ਜਾ ਸਕਦਾ। ਕੋਈ ਵੀ ਵਿਅਕਤੀ ਸਟੋਰ ਕਰਨ ਦੀ ਇੱਕ ਸੀਮਾ ਤੈਅ ਕੀਤੀ ਜਾਊ। ਉਹ ਤਾਂ ਯਾਰ ਕੋਈ ਗੱਲ ਹੀ ਨਹੀਂ, ਉਹ ਤਾਂ ਕੋਈ ਗੱਲ ਹੀ ਨਹੀਂ। ਉਹ ਤਾਂ ਇੱਕ ਇਹਨਾਂ ਦਾ ਕਾਨੂੰਨ 1900 ਇਹਨਾਂ ਦਾ ਬਣਾਇਆ ਹੀ ਨਹੀਂ ਹੈ ਕਾਨੂੰਨ। ਉਹ ਜਿਹਨਾਂ ਨੇ ਸੋਧਾਂ ਕੀਤੀਆਂ ਨੇ, ਆਪਣੀ ਸੋਧ ਚੱਕਣੀ ਹੈ, ਉਹਦਾ ਆਟੋਮੈਟਿਕ ਹੀ ਪਹਿਲਾਂ ਉਸੇ ਰੌਲਾ ਮੁੱਕਦਾ। ਅਸੀਂ ਤਾਂ ਕਿੱਦਾਂ ਦੀ ਗੱਲਾਂ ਕਹਿੰਦੇ, ਵੈਸੇ ਤਾਂ ਅਸੀਂ ਸੋਧਾਂ ਕਰਾਉਣ ਦੀ ਗੱਲ ਨਹੀਂ ਕਰਦੇ। ਜਿਵੇਂ 1955 ਵਾਲਾ ਐਕਟ ਹੈ ਉਹਦੇ ਵਿੱਚ ਸੋਧਾਂ ਵਾਪਸ ਲੈਣ ਆਪਣੀ ਬੇਅਰਥ, ਉਹਤੇ ਕੋਈ ਰੌਲਾ ਨਹੀਂ। ਜੋਗਿੰਦਰ ਜੀ, ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਫਟਕਾਰ ਲਾਈ ਹੈ, ਤੁਸੀਂ ਆਪ ਮਸਲਾ ਹੱਲ ਕਰ ਦਿਓ। ਹੁਣ ਲੱਗਦਾ ਪੁਲਿਸ ਤੁਹਾਡੇ ਤੇ ਅਗਰੈਸਿਵ ਵੀ ਹੋ ਸਕਦੀ ਹੈ। ਇਹ ਤਾਂ ਪੁਲਿਸ ਨੇ ਦੇਖਣਾ। ਹੁਣ ਤਾਂ ਅਸੀਂ ਤਾਂ ਸਾਡਾ ਤਾਂ ਫੈਸਲਾ ਸੀ, ਫੈਸਲਾ ਸੁਣਾਤਾ। ਇੱਕ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਕਿ 26 ਜਨਵਰੀ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਕਿਤੇ ਨਾ ਕਿਤੇ ਕੋਈ ਥ੍ਰੈਟ ਵੀ ਆ ਸਕਦਾ, ਕੁਝ ਹੋਰ ਵੀ ਹੋ ਰਿਹਾ। ਸਾਡੇ ਤੋਂ ਸੁਰੱਖਿਆ ਦਾ ਖਤਰਾ, ਅਸੀਂ ਬੈਰੀ ਦੁਸ਼ਮਣ ਦੇਸ਼ ਦੇ ਵਾਸੀ ਆ। ਅਸੀਂ ਪਾਕਿਸਤਾਨ ਚੋਂ ਆਏ ਹੋਏ ਆ, ਅਸੀਂ ਚੀਨ ਦੇ ਭੇਜੇ ਹੋਏ ਆ, ਅਸੀਂ ਇਸ ਦੇ ਸ਼ਹਿਰੀ ਨਹੀਂ। 60 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ। ਤੁਸੀਂ ਸਾਡੇ ਕੋਲੇ ਕੋਈ ਪਤਾ ਤੋੜਿਆ? ਅੱਜ ਅਸੀਂ ਇਹਨਾਂ ਨੂੰ ਦੁਸ਼ਮਣ ਦੇਖਣ ਲੱਗੇ। ਸਾਡੇ ਤੋਂ ਖਤਰਾ ਹੋ ਗਿਆ ਚੀਨੀ ਨੂੰ। ਇਹ ਦਿੱਲੀ ਤਾਂ ਇਹਨਾਂ ਨੇ ਵੇਚ ਰੱਖੀ ਹੈ, ਇਹਨਾਂ ਪਬਲਿਕ ਅਦਾਰੇ ਵੇਚਦੇ, ਕੋਲੇ ਦੀਆਂ ਖਾਣਾ ਵੇਚਦੀਆਂ, ਹਵਾਈ ਅੱਡੇ ਵੇਚਦੇ, ਬੰਦਰਗਾਹਾਂ ਵੇਚਦੀਆਂ। ਤੇ ਸਾਡੇ ਤੋਂ ਇਹਨਾਂ ਨੂੰ ਖਤਰਾ ਹੈ। ਜਿਹੜੇ ਲੋਕਾਂ ਨੂੰ ਅਨਾਜ ਦਿੰਦੇ ਆ, ਇਹਨਾਂ ਦੇਸ਼ ਦੀ ਡਿਵੈਲਪਮੈਂਟ ਵਾਸਤੇ ਸਾਰਾ ਦਿਨ ਕੰਮ ਕਰਦੇ ਆ, ਸਾਡੇ ਤੋਂ ਖਤਰਾ ਹੋਵੇ ਦਿੱਲੀ ਨੂੰ। ਅਗਰ ਦਿੱਲੀ ਸਾਹਿਬ ਜੇ ਰੋਕਾਂ ਜਾਂਦੀਆਂ, ਜੇ ਰੋਕਾਂ ਲੱਗਣਗੀਆਂ ਤਾਂ ਉਸ ਨੂੰ ਫਿਰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ 26 ਨੂੰ। ਅਸੀਂ ਜਾਵਾਂਗੇ, ਉਹ ਕੀ ਹੋਊਗਾ ਉਹ ਬਾਅਦ ਚ ਦੱਸਾਂਗੇ।
ਨਹੀਂ ਬਿਲਕੁਲ, ਅਗਰ ਜੇ ਰੋਕਦੀ ਹੈ ਪੁਲਿਸ ਫਿਰ ਕੀ ਆਲਟਰਨੇਟਿਵ ਹੈ ਜੀ? ਇਹ ਤੁਹਾਨੂੰ ਨਹੀਂ ਪਤਾ ਵੀ ਕੀ ਕਰਾਂਗੇ ਫਿਰ? ਅਸੀਂ ਜਾਵਾਂਗੇ ਜਦੋਂ ਤੁਹਾਨੂੰ ਕਿਹਾ। ਜੀ ਬਿਲਕੁਲ ਜਾਇਆ ਜਾਵੇਗਾ ਬਾਕੀ ਦੇ ਨਾਲ ਸਰ ਅੱਜ ਵਾਲੀ ਮੀਟਿੰਗ ਦੇ ਗਰਾਹਾਂ ਨੇ ਉਹਨਾਂ ਨਾਲ ਗੱਲ ਕਰਨ ਨੂੰ ਗਰਾਹਾਂ ਸਾਹਿਬ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਅਸੀਂ ਟਰੈਕਟਰ ਰੈਲੀ ਤੇ ਰੋਕ ਨਹੀਂ ਲਗਾਉਣ ਜਾ ਰਹੇ। ਦਿੱਲੀ ਪੁਲਿਸ ਦੇਖੇ ਕਿ ਇਸ ਦਾ ਕੀ ਫੈਸਲਾ ਲੈਣਾ ਹੈ। ਬਸ ਦਿੱਲੀ ਪੁਲਿਸ ਕਹੇ ਵੀ ਭਾਈ ਕਰ ਲਓ। ਤੁਹਾਨੂੰ ਉਮੀਦ ਲੱਗਦੀ ਹੈ ਅੱਜ ਦੀ ਬੈਠਕ ਤੋਂ? ਕੋਈ ਉਮੀਦਾਂ ਹੈਗੀਆਂ ਨੇ? ਬਿਲਕੁਲ ਕੋਈ ਉਮੀਦ ਨਹੀਂ। ਜਿਸ ਤਰੀਕੇ ਦਾ ਨਰਿੰਦਰ ਤੋਮਰ ਦਾ ਬਿਆਨ ਆਇਆ ਉਸ ਨੂੰ ਕਿਵੇਂ ਦੇਖਦੇ ਹੋ? ਤੋਮਰ ਦੇ ਬਿਆਨ ਤੋਂ ਤਾਂ ਇਹ ਲੱਗਦਾ ਵੀ ਭਾਈ ਕਾਨੂੰਨਾਂ ਤੇ ਗੱਲ ਕਰ ਲਓ, ਜਿਹੜੀ ਅਮੈਂਡਮੈਂਟ ਕਰਨੀ ਹੈ ਇਹ ਤੇ ਗੱਲ ਕਰ ਲਓ। ਇਹਦਾ ਪਹਿਲਾਂ ਦਾ ਬਿਆਨ ਆਉਂਦਾ ਹੁੰਦਾ, ਇਹੋ ਜਿਹਾ ਬਿਆਨ ਨਵੀਂ ਕੋਈ ਗੱਲ ਨਹੀਂ। ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕੋਈ ਵਿਚਕਾਰਲਾ ਰਾਹ ਲੱਭਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਤੇ ਜਿਹੜੇ ਨੇ ਉਹਨਾਂ ਤੇ ਸਟੇ ਕੀਤੀ ਹੋਈ ਹੈ। ਇਹਦੇ ਵਿਚਕਾਰਲਾ ਕਾਹਦਾ ਰਾਹ ਹੈ? ਵਿਚਕਾਰਲਾ ਰਾਹ ਤਾਂ ਤੇ ਹੋਣੇ ਨਹੀਂ ਚਾਹੀਦਾ। ਜਿਹੜਾ ਕਾਨੂੰਨ ਐਪਲੀਮੈਂਟ ਤੋਂ ਪਹਿਲੇ ਇਹਦੇ ਸੋਧਾਂ ਕਰਨੀਆਂ ਪੈ ਗਈਆਂ, ਜਿਹੜੇ ਕਾਨੂੰਨ ਦੇ ਵਿੱਚ ਐਪਲੀਮੈਂਟ ਹੋਣ ਤੋਂ ਪਹਿਲੇ ਕੋਰਟ ਨੂੰ ਹੋਲਡ ਕਰਨਾ ਪੈ ਗਿਆ, ਉਹ ਕਾਨੂੰਨ ਹੀ ਨਹੀਂ ਕੰਮ ਦਾ। ਉਹ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ। ਠੀਕ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਮਾਮਲਾ ਹੁਣ ਨਜਿੱਠਣ ਵੱਲ ਕਿਸੇ ਪਾਸੇ ਵੱਧ ਰਿਹਾ ਹੈ ਕਿਉਂਕਿ ਅਜੇ ਤੇ ਲਗਾਤਾਰ ਤੁਸੀਂ ਲੋਕ ਬੈਠਕਾਂ ਕਰ ਰਹੇ ਹੋ, ਬੈਠਕਾਂ ਦੇ ਦੌਰ ਹੀ ਚੱਲ ਰਹੇ ਨੇ? ਸੋਨੂੰ ਲੱਗਦਾ ਹੁਣ, ਸਾਨੂੰ ਤਾਂ ਨਹੀਂ ਲੱਗਦਾ। ਠੀਕ ਹੈ, ਨਹੀਂ ਵੱਧ ਰਿਹਾ ਇਹਦਾ ਮਤਲਬ ਕਿਸੇ ਨਹੀਂ, ਪਾਸੇ? ਬਿਲਕੁਲ 26 ਜਨਵਰੀ ਨੂੰ ਲੈ ਕੇ ਜਿਵੇਂ ਕੰਪਨੀ ਕੀਤੀ ਗਈ ਹੈ। ਹਾਂ ਜੀ, 26 ਜਨਵਰੀ ਨੂੰ ਲੈ ਕੇ ਕੀ ਪਲਾਨਿੰਗ ਹੈ? ਮਾਰਚ ਕਰਾਂਗੇ ਰਿੰਗ ਰੋਡ ਤੇ ਜਾ। ਮੀਟਿੰਗ ਤੋਂ ਪਹਿਲਾਂ ਜੋਗਿੰਦਰ ਸਿੰਘ ਉਗਰਾਹਾ ਮੇਰੇ ਨਾਲ ਨੇ। ਉਗਰਾਹਾ ਸਾਹਿਬ, ਮੀਟਿੰਗ ਤੋਂ ਕਿੰਨੀਆਂ ਉਮੀਦਾਂ ਨਜ਼ਰ ਆ ਰਹੀਆਂ? ਕੋਈ ਉਮੀਦ ਨਹੀਂ। ਹਾਂ, ਕੋਈ ਉਮੀਦ ਨਹੀਂ ਨਜ਼ਰ ਆ ਨਹੀਂ, ਰਹੀ। ਬਿਲਕੁਲ ਨਹੀਂ। ਤੇ ਫਿਰ ਮੀਟਿੰਗ 'ਚ ਕਰਨ ਕੀ ਜਾ ਰਹੇ ਹੋ? ਪੇਸ਼ੀ ਭੁਗਤਣ ਹਾਂ, ਜਾ ਰਹੇ ਹਾਂ। ਤੋਮਰ ਸਾਹਿਬ ਨੇ ਬੁਲਾਇਆ ਸੀ। ਉਮੀਦਾਂ ਕਿਉਂ ਨਹੀਂ ਲੱਗ ਰਹੀਆਂ? ਉਮੀਦਾਂ ਜਦੋਂ ਹੱਲ ਕਰਨ ਦਾ ਇਰਾਦਾ ਹੀ ਨਹੀਂ ਲੱਗਦਾ ਸਰਕਾਰ ਦਾ। ਹਾਂ, ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਰੱਦ ਤੋਂ ਇਲਾਵਾ ਕੋਈ ਹੋਰ ਵਿਕਲਪ ਵੀ ਕਿਸਾਨ ਜਥੇਬੰਦੀਆਂ ਚੁੱਕਣ। ਦੱਸ ਦੇਣਗੇ ਤੋਮਰ ਸਾਹਿਬ ਵੀ ਕੀ ਹੈ ਉਹਨਾਂ ਦਾ ਹੱਲ। ਹਾਂ, ਪੁੱਛਣੋ, ਉਹਨਾਂ ਕੋਲ ਦਿਮਾਗ ਵਾਲੇ ਬੰਦੇ ਆ, ਵੱਡੇ ਵੱਡੇ ਬੰਦੇ ਬੈਠੇ ਆ, ਉਹ ਹੱਲ ਕੱਢ ਲੈਣ। NIA ਦਾ ਜ਼ਿਕਰ ਹੋਏਗਾ ਅੱਜ ਦੀ ਮੀਟਿੰਗ 'ਚ। NIA ਨੂੰ ਲੈ ਕੇ NIA ਵੱਲੋਂ ਜੋ ਨੋਟਿਸ ਭੇਜੇ ਗਏ। ਹਾਂ, ਕਰਾਂਗੇ। ਹਾਂ, ਕੀਤੀ ਸੀ ਪਹਿਲੀ ਵਿੱਚ ਗੱਲ ਕੀਤੀ ਸੀ, ਹੁਣ ਵੀ ਕਰਾਂਗੇ। ਪਿਛਲੀ ਮੀਟਿੰਗ 'ਚ ਅਸੀਂ ਦੇਖਿਆ ਕਿ MSP ਨੂੰ ਲੈ ਕੇ ਤੁਸੀਂ ਚਰਚਾ ਕਰਨਾ ਚਾਹੁੰਦੇ ਸੀ, ਕਿਸਾਨ ਜਥੇਬੰਦੀਆਂ ਚਰਚਾ ਕਰਨੀਆਂ ਚਾਹੁੰਦੀਆਂ ਸੀ, ਲੇਕਿਨ ਸਰਕਾਰ ਤਿਆਰ ਨਹੀਂ ਹੋਈ। ਅੱਜ MSP ਨੂੰ ਲੈ ਕੇ ਚਰਚਾ ਹੋਏਗੀ। ਚਰਚਾ ਸਾਡੀ ਮੰਗ ਪਾਈ ਹੋਈ ਹੈ, ਉਹ ਤੇ ਚਰਚਾ ਕਿਉਂ ਨਹੀਂ ਕਰਾਂਗੇ? ਜਿਹੜੀ ਅਸੀਂ ਮੰਗ ਪਾਈ ਹੋਈ ਹੈ ਤੇ ਚਰਚਾ ਕਰਾਂਗੇ। ਜੇ ਕਰੂਗੀ ਸਰਕਾਰ ਕਰ ਲਾਂਗੇ। ਅੱਛਾ, ਕੁਝ ਸਰਕਾਰ ਨੂੰ ਕੁਝ ਕਹਿਣਾ ਚਾਹੋ ਕਿ ਇਸ ਵੇਲੇ ਮੀਟਿੰਗ ਵੀ ਅਮਿਤ ਸ਼ਾਹ ਹੋਰਾਂ ਦੇ ਨਾਲ ਖੇਤੀਬਾੜੀ ਮੰਤਰੀ ਦੀ ਚੱਲ ਰਹੀ ਹੈ। ਬਸ ਇਹ ਨਹੀਂ ਕਹਿਣਾ ਚਾਹਾਂਗੇ ਵੀ ਰੱਦ ਕਰੋ, ਅਸੀਂ ਜਾਣੇ। ਤੋਂ ਇਧਰਲੇ ਪਾਸੇ ਦੂਜੇ ਪਾਸੇ ਜਿਹੜੀਆਂ ਬੱਸਾਂ ਆ ਚੁੱਕੀਆਂ ਹੈ, ਇਹ ਬੱਸਾਂ ਦੇ ਵਿੱਚੋਂ ਜਿਹੜੇ ਹੁਣ ਕਿਸਾਨ ਨੇਤਾ ਜਿਹੜੇ ਆਉਣਗੇ, ਕਿਉਂਕਿ ਸੰਯੁਕਤ ਮੋਰਚੇ ਦੇ ਸਾਰੇ ਕਿਸਾਨ ਨੇਤਾ ਲਗਭਗ 30 ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਆਉਂਦੀਆਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਿਹੜੇ ਉਹ ਅਲੱਗ ਆਉਂਦੇ ਨੇ, ਉਸ ਤੋਂ ਬਿਨਾਂ ਕਿਸਾਨ ਮਜ਼ਦੂਰ ਕਮੇਟੀ ਅਲੱਗ ਆਉਂਦੀ ਆ। ਪਰ ਹੁਣ ਤੁਸੀਂ ਦੇਖ ਰਹੇ ਹੋ ਲਗਾਤਾਰ ਇਸ ਵਕਤ ਜਿਹੜੇ ਹੈ ਕਿਸਾਨ ਆਗੂ ਆ ਰਹੇ ਨੇ, ਲੱਖੋਵਾਲ ਯੂਨੀਅਨ ਦੇ ਪ੍ਰਧਾਨ ਆ ਰਹੇ ਨੇ। ਉਹਨਾਂ ਤੋਂ ਬਿਨਾਂ ਜਿਹੜੇ ਹੋਰ ਆਗੂ ਹੈ ਉਹ ਜਿਹੜੇ ਪਿਛਲੀ ਬੱਸ ਦੇ ਵਿੱਚ ਆ ਰਿਹਾ ਤਾਂ ਜਿਹੜਾ ਹੈਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਿਨਾਂ ਸਿਰਸਾ ਜੀ ਆ ਰਹੇ ਨੇ, ਉਸ ਤੋਂ ਬਿਨਾਂ ਬਾਕੀ ਆਗੂ ਵੀ ਜਿਹੜੇ ਇਸ ਬੱਸ ਦੇ ਵਿੱਚੋਂ ਆ ਰਹੇ ਆ ਤੇ ਕੁਝ ਆਗੂ ਜਿਹੜੇ ਹੈਗਾ ਦੂਸਰੀ ਬੱਸ ਦੇ ਵਿੱਚੋਂ ਆ ਰਹੇ ਆ। ਤਾਂ ਹੁਣ ਜਿਹੜਾ ਹੈਗਾ ਕਵਿਤਾ ਕੁਲਵੰਤੀ ਸੀ ਜਿਹੜੇ ਕਿ ਆਪਾਂ ਕਹੇ ਕਰਨਾਟਕ ਦੇ ਆਗੂ ਨੇ, ਉਹ ਉਤਰੇ ਆ। ਸੋ ਉਹ ਤੋਂ ਬਿਨਾਂ ਜਿਹੜੇ ਅਲੱਗ-ਅਲੱਗ ਆਗੂ ਹੈ ਇੱਥੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਜਿਹੜੇ ਬਾਕੀ ਸਾਰੇ ਦੀਆਂ ਸਾਰੀਆਂ 30 ਜਥੇਬੰਦੀਆਂ ਉਹਨਾਂ ਦੇ ਆਗੂ ਜਿਹੜੇ ਉਤਰ ਰਹੇ ਨੇ। ਤੇ ਹੁਣ ਬੱਸਾਂ ਜਿਹੜੀਆਂ ਤੇ ਮੀਡੀਆ ਉਹਨਾਂ ਦੇ ਜਮਾਵੜਾ ਵਧਿਆ ਹੋਇਆ। ਪਰ ਜੋਗਿੰਦਰ ਸਿੰਘ ਉਗਰਾਹਾ ਨੇ ਸਿੱਧਾ ਕਿਹਾ ਕਿ ਸਾਨੂੰ ਜਿਹੜਾ ਇਸ ਮੀਟਿੰਗ ਦੇ ਵਿੱਚੋਂ ਬਹੁਤੀ ਆਸ ਨਹੀਂ ਲੱਗਦੀ। ਪਰ ਹੁਣੇ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਇੱਕ ਚੰਗਾ ਫੈਸਲਾ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਨੂੰ ਟਰੈਕਟਰ ਰੈਲੀ ਕਰਨ ਤੋਂ ਨਹੀਂ ਰੋਕਾਂਗੇ। ਸੋ ਜਿਹੜਾ ਹੈਗਾ ਮਾਣਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਕਿਸਾਨਾਂ ਦੇ ਪੱਖ ਦੇ ਵਿੱਚ ਢਲਦਾ ਨਜ਼ਰ ਆਇਆ। ਹੁਣ ਸੁਪਰੀਮ ਕੋਰਟ ਨੇ ਜਿਹੜਾ ਹੈਗਾ, ਕਿਉਂਕਿ ਸਰਕਾਰ ਇੱਕ ਆਪਾਂ ਕਹੇ ਪਤਲੀ ਗਲੀ ਲੰਘਣਾ ਚਾਹੁੰਦੀ ਸੀ ਕਿ ਸੁਪਰੀਮ ਕੋਰਟ ਜਿਹੜੀ ਹੈਗਾ ਕਿਸਾਨਾਂ ਨੂੰ 26 ਜਨਵਰੀ ਦੀ ਪਰੇਡ ਕਰਨ ਤੋਂ ਰੋਕੇ, ਪਰ ਹੁਣ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਮਨਾ ਕਰ ਦਿੱਤਾ ਹੈ। ਅਤੇ ਇਹ ਫੈਸਲਾ ਜਿਹੜਾ ਹੁਣ ਉਹਨਾਂ ਨੇ ਦਿੱਲੀ ਪੁਲਿਸ ਤੇ ਛੱਡ ਦਿੱਤਾ ਹੈ ਕਿ ਦਿੱਲੀ ਪੁਲਿਸ ਸੋਚੇ ਕਿ ਕਿਸਾਨਾਂ ਨੂੰ ਰੈਲੀ ਕਰਨ ਦੇਣੀ ਹੈ, ਪਰੇਡ ਕਰਨ ਦੇਣੀ ਆ ਜਾਂ ਨਹੀਂ। ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਆਗੂ ਆ ਜਿਹੜੇ ਆਏ ਹੋਏ ਆ ਤੇ ਲਗਾਤਾਰ ਮੀਡੀਆ ਦਾ ਜਮਾਵੜਾ ਉਹਨਾਂ ਦੇ ਆਲੇ ਦੁਆਲੇ ਹੋਇਆ ਵਿਆ। ਤੇ ਜਿਹੜਾ ਹੈਗਾ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ, ਪਰ ਕਿਸਾਨ ਆਗੂਆਂ ਦਾ ਸਿੱਧਾ ਕਹਿਣਾ ਕਿ ਇਸ ਮੀਟਿੰਗ ਦੇ ਵਿੱਚੋਂ ਸਾਨੂੰ ਕੋਈ ਬਹੁਤਾ ਆਸ ਨਹੀਂ ਆ। ਪਰ ਜਿਸ ਤਰ੍ਹਾਂ ਤੋਮਰ ਸਾਹਿਬ ਦਾ ਬਿਆਨ ਆਇਆ, ਸਰਕਾਰੀ ਪੱਖ ਦੇ ਬਿਆਨ ਹੈ, ਉਹ ਕਹਿੰਦੇ ਕਿ ਜਿਹੜਾ 1955 ਦੇ ਵਿੱਚ ਕਾਨੂੰਨ ਬਣਿਆ ਸੀਗਾ ਜ਼ਰੂਰੀ ਵਸਤਾਂ ਜਿਹੜਾ ਸਟੋਰ ਕਰਨ ਦਾ ਐਕਟ ਹੈ, ਉਹਦੇ ਵਿੱਚ ਕਹਿੰਦੇ ਅਸੀਂ ਜਿਹੜੀ ਸੋਧ ਕਰਨ ਨੂੰ ਤਿਆਰ ਆ। ਅਸੀਂ ਇੱਕ ਭੰਡਾਰਨ ਦਾ ਸਮਾਂ ਸੀਮਾ ਤੈਅ ਕਰ ਦਿਆਂਗੇ, ਜਿਹੜੀ ਕਿ ਭੰਡਾਰਨ ਦੀ ਸਮਾਂ ਸੀਮਾ ਜਿਹੜੀ ਹੈਗੀ ਆ ਹਟਾ ਦਿੱਤੀ ਗਈ ਸੀ ਇਸ ਕਾਨੂੰਨ ਦੇ ਥਰੂ। ਅਸਲ ਦੇ ਵਿੱਚ ਰੌਲਾ ਜਿਹੜਾ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਦਾ, ਅਸਲ ਤਿੰਨਾਂ ਦੇ ਵਿੱਚੋਂ ਦੋਵਾਂ ਨੂੰ ਰੱਦ ਕਰਾਉਣ ਦਾ ਤੇ ਇੱਕ ਦੇ ਵਿੱਚੋਂ ਜਿਹੜੀਆਂ ਸੋਧਾਂ ਕੀਤੀਆਂ ਉਹਨਾਂ ਨੂੰ ਖਤਮ ਕਰਨ ਦਾ। ਤੇ ਹੁਣ ਫੂਲ ਸਾਹਿਬ ਆ ਰਹੇ ਨੇ, BKU ਕ੍ਰਾਂਤੀਕਾਰੀ ਦੇ ਪ੍ਰਧਾਨ ਸਾਹਿਬ ਨੇ, ਅਤੇ ਉਹ ਤੋਂ ਬਿਨਾਂ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਆਗੂ
ਉਤਰ ਕੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਗੱਲ ਕਰ ਰਹੇ ਆ ਤੇ ਮੈਂ ਜਿਹੜਾ ਹੈਗਾ ਫੂਲ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਉਹਨਾਂ ਦਾ क्योंकि जरा कल तोमर जी ने बयान दिया है प्रेस में ना भाई 3 कानून रद्द करने का एजेंडा नहीं है और किसी विकल्प पर बात करेंगे। ये 3 कानून का एजेंडा ही उन्होंने पास कर दिया। संशोधन कर देंगे। नो जी, कोई क्लॉज बाई हो चुका है, ਹੁਣ तो रद्द करने का सवाल है, रिपील करने का सवाल है, वो इनकार कर चुके हैं, इसलिए कोई उम्मीद नहीं है। तो 26 तारीख को क्या कहेंगे? 26 तारीख को परेड करेंगे दिल्ली के अंदर, रिंग रोड पर परेड करेंगे, हर हाल करेंगे, कोई ताकत नहीं रोक सकेगी। सुप्रीम कोर्ट ने कहा है कि हम ट्रैक्टर परेड पर कोई फैसला नहीं ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਉਤਰ ਰਹੇ ਨੇ ਤੇ ਜਿਹੜਾ ਹੈਗਾ ਹੁਣ ਮੀਟਿੰਗ ਦੀ ਤਰਫ ਵਧਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਕਿਸਾਨ ਆਗੂਆਂ ਦੁਆਰਾ ਲਗਾਤਾਰ ਇਹ ਕਹਿਣਾ ਕਿ ਅਸੀਂ ਪਰੇਡ ਜਿਹੜਾ ਹੈਗਾ ਦਿੱਲੀ ਦੇ ਅੰਦਰ ਹੀ ਕਰਾਂਗੇ, ਜਿਵੇਂ ਕਿ ਸਰਜੀਤ ਸਿੰਘ ਫੂਲ ਤੁਸੀਂ ਇਹ ਕਹਿੰਦੇ ਸੁਣ ਸਕਦੇ ਹੋ। मीटिंग थी, उन्होंने कुछ कहा है आज इसको लेकर? पुलिस के साथ कल भी मीटिंग थी, आज भी मीटिंग थी। वो एक बात ही कह रहे हैं भी जो KMP है वो खाली करवा देते हैं, उसको ट्रैफिक रोक देते हैं जहां परेड कर ले, पर असि हरियाणा में परेड नहीं करनी, दिल्ली में करनी है, दिल्ली राजधानी में, दिल्ली राजधानी की जो अपने आउटर रिंग रोड है जहां पर ही करेंगे। जी इजाजत ना दें हले भी पहले 26 नवंबर को हमारी इजाजत दिया था, हमारे ट्रैक्टर ने इजाजत लिया था, ਹੁਣ भी हमारा ट्रैक्टर इजाजत लेगा। ਫੂਲ ਸਾਹਿਬ ਪੰਜਾਬੀ ਚ ਫੂਲ ਸਾਹਿਬ ਗੱਲ ਕਰਕੇ ਗੁਰੂ ਨਾਨਕ ਦੇਵ ਜੀ ਦਾ ਜਦੋਂ ਆਗਮਨ ਪੁਰਬ ਸੀ ਉਦੋਂ ਕਿਹਾ ਸੀ ਸਰਕਾਰ ਨੇ ਅਸੀਂ ਤੋਹਫਾ ਦੇਵਾਂਗੇ, ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਲੱਗਦਾ ਅੱਜ ਜਿਹੜਾ ਆ ਸਾਰਥਕ ਸੱਟਾ ਨਿਕਲ ਸਕਦਾ। ਦੇਖੋ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਹੈ, ਉਹਨਾਂ ਦਾ ਸ਼ਲੋਕ ਹੈ, ਪ੍ਰਸਿੱਧ ਸ਼ਲੋਕ, ਸ਼ੁਭ ਕਰਮਨ ਸੇ ਕਬ ਹੂੰ ਨਾ ਡਰੂ, ਨਿਸ਼ਚੈ ਕਰ ਆਪਣੀ ਜੀਤ ਕਰੂ। ਅਸੀਂ शुभ कर्मन क्या है जी, जो लाखों करोड़ों किसानों की मांग है कानून रद्द करने की, वो शुभ उसको रिपील करना, जो आने वाली जो पीढ़ियां है उसके लिए जो ये कानून है उसकी गुलामी का फंदा है, उसको खत्म करना ही शुभ कर्मन है। सरकार तो शुभ कर्मन कर नहीं रही, जो गुरु गोबिंद सिंह जी का फरमान है जो शुभ कर्मन कर दे, आज कानून रिपील करने का अपना रिपील करने का जो ऐलान कर दे या उसका कोई मोडेलिटी तय कर दे, तो असं कहांगे भी सरकार ने गुरु गोबिंद सिंह के प्रकाश पर्व पर शुभ कर्मन कर दिया, पर नहीं करेगी। कृषि मंत्री का 2 दिन पहले बयान आया है कि हम रद्द नहीं कर सकते, इसमें शोध ही कर सकते, बार बार सरकार यही कह रही है, तो इस पर फिर आज की मीटिंग का कोई इसीलिए कहते हैं भी जो असि कहते हैं भी इस मीटिंग का आज कोई एजेंडा नहीं है, एजेंडा लेस है। एजेंडा तो उनको पासे कर दिया उन्होंने कृषि मंत्री जी ने भी कोई रिपील करने का कोई एजेंडा नहीं है, इसलिए एजेंडा लेस है, इसलिए कोई उम्मीद नहीं है ये बेसिट्टा मीटिंग होगी। ਸਰਕਾਰ ਕਹਿੰਦੀ ਸਾਡੀਆਂ ਮਜਬੂਰੀਆਂ ਕੀ ਮਜਬੂਰੀਆਂ ਅੰਦਰ ਦੱਸਦੇ ਆ ਜੀ ਕੁਝ? ਕੋਈ ਮਜਬੂਰੀ ਨਹੀਂ ਜੀ, ਸਰਕਾਰ ਦਾ ਕੇਂਦਰੀ ਜਿਹੜੀ ਆਪਣਾ ਪ੍ਰਧਾਨ ਮੰਤਰੀ ਨਰਿੰਦਰ मोदी जी उन्होंने के हंकार की मंजूरी है, अब मजबूरी है, उनका हंकार टूटेगा और कोई मजबूरी। ਜੇਕਰ ਅੱਜ ਰੱਦ ਕਰ ਦਿੰਦੇ ਆ ਫਿਰ ਜੇ ਆਪਣੇ ਸਾਰਾ ਕੁਝ ਮੰਨਿਆ ਜਾਂਦਾ ਕਿ 26 ਤਾਰੀਖ ਦੀ ਕਿਸਾਨ ਫਿਰ ਪਰੇਡ ਨਹੀਂ ਕਰਨਗੇ, ਜੇ ਰਿਪੀਲ ਹੋ ਜਾਣਗੇ, ਅੱਜ ਰਿਪੀਲ ਕਰਨ ਦਾ ਕੋਈ ਪ੍ਰਕਿਰਿਆ, ਕੋਈ ਸਮਾਂ ਸੀਮਾ, ਕੋਈ ਮੋਡੈਲਿਟੀ ਤੈਅ ਹੋ ਜਾਂਦੀ ਹੈ ਤਾਂ ਅਸੀਂ 26 जनवरी का जो परेड है उसको कैंसिल भी कर सकते हैं या दिल्ली के बाहर कर सकते हैं। ਜੇ ਅੱਜ ਰੱਦ ਹੁੰਦੇ ਨੇ ਜਾਂ ਤਰੀਕ ਆਊਗੀ है जी, ਅੱਜ ਕੋਈ ਫੈਸਲਾ ਹੋਊਗਾ ਜਾਂ ਅਗਲੀ ਤਰੀਕ ਆਊਗੀ? अगली तारीख आएगी। ਇੱਕ 26 ਤੋਂ ਪਹਿਲਾਂ ਹੁਣ ਕੋਈ ਹੋਰ ਮੀਟਿੰਗ ਤਾਂ ਨਹੀਂ ਹੁੰਦੀ ਕਿਉਂਕਿ 20 ਤੋਂ 26 ਤੱਕ ਤਿਆਰੀ ਨਹੀਂ ਰਹਿਣੀ, ਸਰਕਾਰ ਨੇ ਕਿਹੜਾ ਅਗਲੀ ਮੀਟਿੰਗ ਰੱਖ ਲਓ, ਕੀ ਇਹਦੇ ਬਾਰੇ ਸੋਚ ਕੇ ਆ ਵੀ 26 ਤੋਂ ਬਾਅਦ ਹੀ ਕਰਾਂਗੇ? 26 ਤੋਂ ਪਹਿਲਾਂ ਵੀ ਮੀਟਿੰਗਾਂ ਆਉਣਗੀਆਂ ਕਿਉਂਕਿ ਉਹਨਾਂ ਨੂੰ ਟਾਈਮ ਕਿਲ ਕਰਨਾ ਹੈ, ਔਰ ਹੁਣ ਜਿਹੜੀ ਅਗਲੀ ਮੀਟਿੰਗ ਹੋਏਗੀ उनका एजेंडा 26 जनवरी होएगी, रिपील करने का एजेंडा नहीं होएगी। ਰੱਖਿਆ ਮੰਤਰੀ ਦਾ ਬਿਆਨ ਹੋਣਾ। ठीक है, धन्यवाद। हाँ जी, हाँ जी, ਔਰ ਰਜਿਸਟ੍ਰੇਸ਼ਨ ਕਰਾ ਦਿਓ ਜੀ। ਸੋ ਤੁਸੀਂ ਦੇਖ ਸਕਦੇ ਸੀਗੇ ਇੱਥੇ ਜਿਹੜਾ ਹੈਗਾ ਉਸ ਤੋਂ ਬਾਅਦ ਤੁਹਾਨੂੰ ਪ੍ਰੋਸੈਸ ਦੱਸ ਦਿੰਨੇ ਆ ਕਿ ਕਿਸ ਤਰ੍ਹਾਂ ਅੰਦਰ ਜਾਇਆ ਜਾਂਦਾ ਹੈ। ਲਗਾਤਾਰ ਜਿਹੜੇ ਹੈਗਾ ਟਕੈਤ ਸਾਹਿਬ ਨੇ, ਟਕੈਤ ਸਾਹਿਬ ਕਿਉਂਕਿ ਹਿੰਦੀ ਵਾਲੇ ਕਾਫੀ ਪੁੱਛਦੇ ਆ ਜਿਹੜਾ साथ बैठने वाले हैं, नतीजा कुछ निकलना नहीं है, फिर भी आप लोग बैठ रहे हो साथ में, किस उम्मीद से? जो दोबारा बताओ। मैं समझ गया। किसान और सरकार की एक बार फिर बातचीत होनी है और तमाम किसान नेताओं के साथ राकेश टिकैत जी भी आप पहुंच चुके हैं। राकेश जी, अभी आप आ गए हैं, उम्मीद की बात तो हर बार पूछी जाती है, नाउम्मीद होकर आप लोग सब लौटते हैं, लेकिन फिर भी बातचीत का दौर जारी है, वो किस उम्मीद पर? नहीं, बात तो करनी पड़ेगी, या बगैर मुकदमे की तारीख है, ये किसी धारा में मुकदमा नहीं किसानों पे, हम इसमें जाएंगे, नहीं तो अगर नहीं जाएंगे तो ये कह देंगे हम किसानों से बात करना चाहते हैं, किसान बात नहीं कर रहा,
जब तक इस व्हाइट बिल्डिंग में जैसा इसका रंग है, अंदर वालों का भी ऐसा एक सोच नहीं होगी, जब तक बात करते रहेंगे हम। तो फिर फायदा क्या है? मतलब ऐसे हर बार आएंगे, हर तारीख पर वो आएंगे। तो उनसे पूछो ना, सरकार क्यों आ रही है? वो बोल रहे हैं कि हम तो खुले मन से बात करते हैं, लेकिन खुले मन से बात कर रहे हैं, तो फिर नतीजा क्यों नहीं निकल रहा? हम क्या नतीजा काट रहे हैं? नतीजा कौन काटना आ रहा है यहाँ? अच्छा, हम तो समाधान ये बिल वापसी करवाने आ रहे हैं, नतीजा थोड़ा काटना आ रहे हैं। तो फिर जब आप भी अपनी बात पर अड़े हुए हैं, वो भी अपनी बात पर अड़े हैं कि बिल वापस नहीं होगा, संशोधन होगा, आप बिल वापस होगा, तो फिर रास्ता बीच का क्या निकलता है? बीच का कहाँ निकाल रहे हैं हम रास्ता? अच्छा, बीच का रास्ते के लिए है भी नहीं। ना, इधर चलन दो ना, क्या दिक्कत होगी? तो पुलिस भी बोल रही, दिल्ली पुलिस बोल रही कि जो आप 26 तारीख को ट्रैक्टर पैरेड निकालने वाले हैं, तो उसके लिए बोल रहे हैं कि उस दिन ना निकालें, क्योंकि वहाँ पर निकाल लेंगे भाई तमाम जो पुलिस फोर्स वहाँ पर लगी होगी उस दिन कहीं ना कहीं। फोर्स की जरूरत ही नहीं है, फोर्स की कहाँ जरूरत है उसमें? ट्रैक्टर में कहाँ फोर्स से आ रही? कानून व्यवस्था खराब हो सकती है सर। अच्छा, ये इतनी गाड़ी चल रही सारी सड़कों पे, उस दिन तो सर सब कुछ बंद रहता है ना, और बंद रहता है तो फिर तो बंद रहता है तो और भी बढ़िया है। जब बंद रहेगा तो दिल्ली में कुछ लोग घूम जाएंगे, दिल्ली के लोग भी देख लेंगे ट्रैक्टर को, जो किसान इसका भगवान है उसको देख लेंगे ना, भगवान हर हाल में निकालेंगे आप लोग, जैसे कुछ भी हो जाए। लग रहे हैं हम। और विज्ञान भवन जाने से पहले किसान नेता राकेश टिकैत हमारे साथ हैं। टिकैत साहब, ये बताइए कि अंदर आप लोग जा रहे हैं, 9 दौर की बातचीत हो चुकी, 10वें दौर में कुछ उम्मीद नहीं है, बिना उम्मीद के जा रहे हैं? अगली बार ਸੋ ਲਗਾਤਾਰ ਰਾਕੇਸ਼ ਟਕੈਤ ਜੀ ਜਿਹੜੇ ਕਿ ਜਿਹੜੇ विज्ञान भवन जाने से पहले टिकैत जी आप जा रहे हैं अंदर, बातचीत का क्या मतलब है? और बात तो करेंगे ना, बात तो करेंगे इनसे, बिना बात के कैसे छोड़ देंगे? अच्छा, आज सुप्रीम कोर्ट ने कहा है कि जो दिल्ली पुलिस की तरफ से कहा गया था, सरकार की तरफ से, कि वो कोई ऑर्डर पास करे किसानों की जो ट्रैक्टर परेड है उसको लेकर, तो कोर्ट ने मना कर दिया कि आप अपनी याचिका वापस ले लो। इस पे क्या कहेंगे? ठीक कहा आपने, कोर्ट ने ठीक कहा, बिल्कुल। कोर्ट तो साथ में है हमारे। कोर्ट ने दिल्ली पुलिस को ये कहा कि इनकी व्यवस्था करो, आप खुद देखो। खुद देखने का मतलब है कि किसान दिल्ली में आएगा, वो कहाँ से जाएगा, उसकी व्यवस्था देखो, खुद देखो। ये और जो कमेटी बनाई थी सुप्रीम कोर्ट ने, जो उसमें आप लोगों ने ऑब्जेक्शन किया था कि जो लोग हैं वो सरकार के लोग हैं, कोर्ट कह रही है ऐसा सोचना गलत है, क्योंकि सबके अपने विचार होते हैं, लेकिन इसका मतलब ये नहीं है कि वो विचार इन चीजों में फैले दर्शाएंगे। कोई नहीं, हम नहीं जा रहे वहाँ पर कमेटी। समाजी बात आपको कोर्ट की स्वीकार है? ਤਾਂ ਰਾਕੇਸ਼ ਟਕੈਤ ਦੇ ਨਾਲ ਜਿਹੜਾ ਹੈਗਾ, ਇੱਕ ਮਿੰਟ ਨਹੀਂ पड़ा हमारे बीच में लाइव बात करेंगे, तय करेंगे उसको। अंदर से नतीजा अंदर से नतीजा तारीख भाई आगे तो थोड़ा सा कानून पे तो रोक लगी हुई है, कानून एक बार स्टार्ट हो जाए तब आप लोग क्यों नहीं? फिर क्या आते, फिर कब तो आएंगे, फिर क्या आते, चलते रहो, अब कर लो, टाइम होगा। कोर्ट ने ऐसा कहा, इसलिए कोई बात जस्टिस ने किया। हाँ, नहीं ठीक कहा उनको, किसानों की चिंता तो सबको है। टिकैत साहब, ये बैठक कब तक चलेगी? 10वें दौर की आज बातचीत है, आपको उम्मीद है या बस ऐसे ही? ये तो आग बुझाने वाली बात होगी। 22 तक चलेगी, तो चलेगी 22 दौर तक। हाँ, 22 दौर की बातचीत। 22 दौर की, 22 साल। तब तक आपको हल की कोई उम्मीद नहीं ना, हल निकाल नहीं रही सरकार। हाँ, निकाल नहीं रही। साहब, तिरंगा झंडे को लेकर बहुत बड़ी बवाल मचा हुआ है। बवाल, हमने तिरंगा झंडा मांगा है। तिरंगा झंडा अगर कोई विदेश से तिरंगा झंडा दे रहा है तो हमारा तो देश का गर्व वैसे ही ऊंचा होगा। सरकार तो ये कह रही थी भाई झंडा तो अपना होता है, खुद का झंडा होता है, खुद का झंडा लेके जाना चाहिए। और खुद का झंडा तो देश का झंडा है, वो उस पर कोई नाम लिख रहा भाई, देश का झंडा है, उसका खुद का थोड़ा होता है झंडा। 26 जनवरी को लेकर इतना आतंक क्यों मचा हुआ? क्यों सरकारी मनानी चाहिए? बातें हो रही है भाई, बड़ा पर्व मनाना चाहिए। 26 जनवरी देश का पर्व है, उसको सब लोग मनाना चाहिए, लेकिन शांति तरीके से होगा ना। हाँ, शांतिपूर्ण तरीके से। क्योंकि जब ट्रैक्टर मार्च निकलेगी तो कहीं ना कहीं बातचीत आगे बढ़ेगी। जीत अमित शाह के खासम खास ने दोष लाए जा रहे हैं, स्पष्टीकरण दो। क्या जी? पंजाब के लोग आख रहे हैं कि जो टिकैत जी हैं वो तो अमित शाह के खासम खास हैं। मैं चाहूंगा कि आप जो हैं स्पष्टीकरण दें आपका। हाँ, तो हम तो खासम खास हैं जी। हाँ, ठीक है। और पंजाब के लोगों पर जो नोटिस जा रहे हैं, उन नोटिस वालों को भी देखेंगे किसने नोटिस दिया उनको जी। पंजाब तो पूरा देश का गर्व है भाई, पंजाब और हरियाणा। हम लड़ाई लड़ेंगे बिल्कुल पंजाब की, बढ़िया। जो राकेश जी, जो टीवी चैनलों पे दिखाया जा रहा है लगातार के किसान ट्रैक्टर श्रृंगार रहे हैं, तोड़ देंगे बैरियर, ऐसे ये क्यों दिखा रहे हैं सर? पता नहीं क्या दिखा रहे, कौन है? आज 10वें दौर की बैठक है, क्या
ਸੋ ਇੱਥੇ ਜਿਹੜਾ ਹੈਗਾ ਲਗਾਤਾਰ ਕੰਮ ਪੱਕਿਆ ਹੋਇਆ। ਸੋ ਲਗਾਤਾਰ ਜਿਹੜਾ ਆਪਾਂ ਦੇਖੀਏ ਹਰ ਇੱਕ ਚੈਨਲ ਲੱਗਿਆ। ਪਰ ਤੁਹਾਨੂੰ ਮੈਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦਿਖਾ ਦਿਆਂ ਵੀ ਅੰਦਰ ਜਾਣ ਵਾਸਤੇ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਤੇ ਉਹ ਤੁਸੀਂ ਦੇਖ ਸਕਦੇ ਹੋ। ਰਜਿਸਟ੍ਰੇਸ਼ਨ ਆ ਜਿਹੜੀ ਇੱਥੇ ਹੋ ਰਹੀ ਆ ਕਿਸਾਨਾਂ ਦੀ। ਦੋ ਤਰ੍ਹਾਂ ਦੇ ਪਾਸ ਹੁੰਦੇ ਆ, ਇੱਕ ਹਰਾ ਹੁੰਦਾ ਤੇ ਇੱਕ ਹੁੰਦਾ ਨੀਲਾ ਜਾਂ। ਹਰੇ ਵਾਲੇ ਤਾਂ ਅੰਦਰ ਜਾ ਕੇ ਬਹਿ ਜਾਂਦੇ ਆ, ਜਿਨ੍ਹਾਂ ਨੇ ਮੀਟਿੰਗ ਕਰਨੀ ਹੁੰਦੀ ਆ ਉਹਨਾਂ ਨਾਲ ਚੱਲ ਜਾਂਦੇ ਆ, ਤੇ ਜਿਹੜੇ ਨੀਲੇ ਵਾਲੇ ਹੁੰਦੇ ਆ ਉਹ ਨਾਲ ਬਹਿ ਜਾਂਦੇ ਆ। ਜਿਵੇਂ ਤੁਸੀਂ ਦੇਖਦੇ ਹੋਗੇ ਕਿਸਾਨ ਏਕਤਾ ਵਾਲੇ ਜਾਂ ਜਿਨ੍ਹਾਂ ਨੇ ਕੋਈ ਅੰਦਰੋਂ ਜਿਹੜੀਆਂ ਅਪਡੇਟਸ ਦੇਣੀਆਂ ਹੁੰਦੀਆਂ। ਸੋ ਲਗਾਤਾਰ ਆਪਾਂ ਕਿ ਇਸ ਵਕਤ ਜਿਹੜਾ ਹੈਗਾ ਰਜਿਸਟ੍ਰੇਸ਼ਨ ਹੋ ਰਹੀ ਹੈ, ਪਾਸ ਬਣ ਰਹੇ ਆ ਤੇ ਅੰਦਰ ਜਾਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲਗਭਗ 2-4 ਜਿਹੜੇ ਹੈਗੇ ਆ ਹੁਣ ਆਪਾਂ ਕਿ ਕਿਸਾਨ ਨੇਤਾ ਰਹਿ ਗਏ ਨੇ, ਜਿਵੇਂ ਸਰਜੀਤ ਸਿੰਘ ਫੂਲ ਜੀ ਤੇ ਗੱਲ ਕਰ ਰਹੇ ਆ। ਤਾਂ ਉਹ ਤੋਂ ਬਿਨਾਂ ਅੱਗੇ ਇੱਕ ਮੈਨੂੰ ਵੀ ਦੇ ਜਾਣਾ ਨਾ। ਇੱਕ ਲਾਸਟ ਇੱਕ ਗੱਲ ਇੱਕ ਮਿੰਟ ਇੱਕ ਸਵਾਲ ਹੀ ਫੂਲ ਸਾਹਿਬ, ਲਗਾਤਾਰ ਇੱਕ ਜਿਹੜਾ ਹੈਗਾ ਮੀਡੀਆ ਦੇ ਵਿੱਚ ਦਿਖਾਇਆ ਜਾਂਦਾ ਵੀ ਜਿਹੜੇ ਟਰੈਕਟਰ ਜਿਹੜੇ ਹੈਗੇ ਬਹੁਤ ਵੱਡੇ ਸ਼ਿੰਗਾਰੇ ਜਾ ਰਹੇ ਆ, ਬੜਾ ਗਲਤ ਸ਼ਾਟ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਜਿਹੜੇ ਟਰੈਕਟਰ ਸ਼ਿੰਗਾਰੇ ਜਾ ਰਹੇ, ਜਿਹੜੇ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਇਹ ਦੇਸ਼ ਦੇ ਵਾਸਤੇ ਖਤਰਾ ਨੇ। ਦੇਖੋ ਜੀ, ਟਰੈਕਟਰ ਸ਼ਿੰਗਾਰੇ ਦੀਆਂ ਉਮੀਦਾਂ ਨੇ ਅੱਜ ਮੀਟਿੰਗ ਨੂੰ ਲੈ ਕੇ, ਕੀ ਲੱਗਦਾ ਆਸਾਂ ਕੀ ਨੇ? ਕੋਈ ਉਮੀਦ ਨਹੀਂ ਜੀ, ਕਿਉਂਕਿ ਕੱਲ ਹੀ ਉਹਨਾਂ ਨੇ ਕਹਿਤਾ ਵੀ ਇਹ 3 ਕਾਨੂੰਨ ਰੱਦ ਕਰਨ ਦਾ ਏਜੰਡਾ ਨਹੀਂ ਹੋਊਗਾ। ਇਹੀ ਸਾਡਾ ਮੇਨ ਮੁੱਦਾ। ਜੇ ਮੁੱਦਾ ਹੀ ਕੱਢਤਾ ਵਿੱਚੋਂ, ਫਿਰ ਉਹਦੀ ਮੀਟਿੰਗ ਤੇ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ? ਕੋਈ ਉਮੀਦ ਨਹੀਂ, ਬੇਸਿੱਟਾ ਮੀਟਿੰਗ ਹੋਏਗੀ। ਇੱਕ ਜਿਵੇਂ ਟਰੈਕਟਰ ਮਾਰਚ ਕੀਤਾ ਜਾ ਰਿਹਾ, ਟਰੈਕਟਰ ਮਾਰਚ ਨੂੰ ਲੈ ਕੇ ਕੋਸ਼ਿਸ਼ਾਂ ਬਹੁਤ ਹੋ ਰਹੀਆਂ, ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾਵੇ। ਕੱਲ ਵੀ ਸਾਡੀ ਪੁਲਿਸ ਵਾਲਿਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ, ਇੱਕੋ ਹੀ ਕਹਿ ਰਹੇ ਆ ਵੀ ਤੁਸੀਂ KMP ਤੇ ਕਰ ਲਓ, ਅਸੀਂ KMP ਖਾਲੀ ਕਰ ਦਿੰਦੇ ਹਾਂ। ਪਰ ਅਸੀਂ 2 ਜਨਵਰੀ ਨੂੰ ਜੋ ਐਲਾਨ ਕੀਤਾ ਹੈ ਉਹਦੇ ਵਿੱਚ ਕਿਹਾ ਵੀ ਦਿੱਲੀ ਦੇ ਅੰਦਰ ਪਰੇਡ ਕਰਨੀ ਹੈ। ਤੇ ਕਿਸਾਨਾਂ ਨੂੰ ਅਸੀਂ 2 ਹਫ਼ਤਿਆਂ ਤੋਂ ਪਿੰਡਾਂ ਦੇ ਵਿੱਚ ਤਿਆਰੀ ਕਰਵਾ ਰਹੇ ਹਾਂ, ਰਿਹਰਸਲ ਕਰਵਾ ਰਹੇ ਹਾਂ 26 ਜਨਵਰੀ ਦੀ ਦਿੱਲੀ ਦੇ ਅੰਦਰ ਪਰੇਡ ਦੀ। ਹੁਣ ਅਸੀਂ ਕਿਸਾਨਾਂ ਨੂੰ ਕਿਵੇਂ ਕਹਿ ਦਿਆਂਗੇ ਵੀ ਤੁਸੀਂ? ਸੁਪਰੀਮ ਕੋਰਟ ਨੇ ਕਿਹਾ ਕਾਨੂੰਨ ਰੱਦ ਤੋਂ ਇਲਾਵਾ ਕੋਈ ਹੋਰ ਵਿਕਲਪ ਵੀ ਦੇਖ ਲਓ। ਕਾਨੂੰਨ ਰੱਦ ਤੋਂ ਇਲਾਵਾ ਕੋਈ ਵਿਕਲਪ ਨਹੀਂ ਜੀ, ਨੋ ਵਿਕਲਪ। ਇੱਕੋ ਹੀ ਵਿਕਲਪ ਹੈ ਅੰਦੋਲਨ। ਨਰਿੰਦਰ ਤੋਮਰ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਸੀ ਕਿ ਇਸ ਤੋਂ ਇਲਾਵਾ ਕੋਈ ਰੱਦ ਤੋਂ ਇਲਾਵਾ ਕੋਈ ਵਿਕਲਪ ਨਹੀਂ, ਅੰਦੋਲਨ ਵਿਕਲਪ ਹੈ। ਅੰਦੋਲਨ ਕਰਾਂਗੇ 26 ਜਨਵਰੀ ਨੂੰ ਜੋ ਐਲਾਨ ਕੀਤਾ ਹੈ ਉਹਨੂੰ ਸਫਲ ਕਰਾਂਗੇ। ਜੇ ਵਧੀਆ ਉਹਨਾਂ ਨੇ ਸਾਨੂੰ ਰਸਤਾ ਦਿੱਤਾ ਤਾਂ ਵੀ ਠੀਕ ਹੈ, ਨਹੀਂ ਅਸੀਂ ਜਿਵੇਂ 26 ਨਵੰਬਰ ਨੂੰ ਰਸਤਾ ਲਿਆ ਉਵੇਂ ਰਸਤਾ ਲਾਵਾਂਗੇ। ਜਾਣੀ ਕਿ ਕਹਿਣ ਦਾ ਭਾਵ ਆ ਸਿੱਧੇ ਸ਼ਬਦਾਂ ਦੇ ਵਿੱਚ, ਜੇਕਰ ਬੈਰੀਕੇਡਿੰਗ ਕੀਤੀ ਗਈ ਤਾਂ ਵੀ ਤੁਸੀਂ ਅੱਗੇ ਜਾਣਾ, ਜੇ ਨਹੀਂ ਕੀਤੀ ਗਈ ਤਾਂ ਵੀ ਅੱਗੇ ਜਾਣਾ। ਜੇ ਉਹਨਾਂ ਨੇ ਨਾ ਕੀਤੀ ਬੈਰੀਕੇਡਿੰਗ, ਉਹ ਮੂਹਰੇ ਲੱਗ ਗਏ, ਫਿਰ ਵੀ ਅੱਗੇ ਜਾਣਾ। ਜੇ ਉਹਨਾਂ ਨੇ ਬੈਰੀਕੇਡਿੰਗ ਕਰਤੀ ਤਾਂ ਬੈਰੀਕੇਡਿੰਗ ਪਾਸੇ ਕਰ ਦਿਆਂਗੇ। ਯਾਨੀ ਕਿ ਬੈਰੀਕੇਡਿੰਗ ਤੋੜਨ ਦਾ ਜਿਹੜਾ ਪੱਕਾ ਉਹ ਪਲਾਨ ਆ ਤੁਹਾਡਾ ਕਿ ਬੈਰੀਕੇਡ ਤੋੜ ਕੇ ਵੀ ਅੱਗੇ ਵੱਲ ਵਧਾਂਗੇ? ਉਹਨੂੰ ਤੋੜਨਾ ਸ਼ਬਦ ਕਹਿ ਲਓ, ਪੁਰਅਮਨ ਤਰੀਕੇ ਨਾਲ ਉਹਨੂੰ ਅਸੀਂ ਪਰਾਂ ਕਰ ਦਿਆਂਗੇ, ਉਹਨੂੰ ਪਾਸੇ ਕਰ ਦਿਆਂਗੇ, ਪਾਸੇ ਕਰਕੇ ਜਾਵਾਂਗੇ। ਕੋਈ ਅਸੀਂ ਹਮਲਾ ਨਹੀਂ ਕਰਨਾ, ਕੋਈ ਅਸੀਂ ਤੋੜ, ਪਰ ਉਹ ਕਿਸੇ ਦੇ ਸੱਟ ਨਹੀਂ ਮਾਰਨੀ। ਜਦੋਂ ਅੱਜ ਦੀ ਮੀਟਿੰਗ ਦੇ ਵਿੱਚ NIA ਦਾ ਮੁੱਦਾ ਮੁੱਖ ਰਹੇਗਾ ਜੀ। NIA ਦਾ ਮੁੱਦਾ ਠੀਕ ਹੈ ਜੀ, ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਸਵਾਲ ਉਠਾਇਆ ਸੀ NIA ਵਾਲਾ। ਉਹਨਾਂ ਨੇ ਖੇਤੀ ਮੰਤਰੀ ਨੇ ਕਿਹਾ ਸੀਗਾ ਵੀ ਅਸੀਂ ਕਹਿ ਦਿਆਂਗੇ ਇਸ ਮੋਦੀ ਸਰਕਾਰ ਨੂੰ ਵੀ ਉਹ ਨਾ ਕੀਤੇ ਜਾਣ, ਪਰ ਉਸ ਤੋਂ ਬਾਅਦ 15 ਜਨਵਰੀ ਤੋਂ ਬਾਅਦ ਵੀ ਕਿੰਨਿਆਂ ਨੂੰ ਨੋਟਿਸ ਆ ਗਏ। ਇਸ ਕਰਕੇ ਦੇਖੋ ਜੀ, ਹੁਣ ਅਸੀਂ ਉਹ ਪਿਛਲੀ ਵਾਰ ਕਿਉਂਕਿ ਸਾਨੂੰ ਪਤਾ ਸੀ ਵੀ ਜੇ ਸਾਡੀ ਗੱਲ ਮੰਨ ਲਈ ਤਾਂ ਹੁਣ NIA ਦਾ ਨੋਟਿਸ ਨਹੀਂ ਹੋਣਗੇ। ਜੇ ਹੋ ਗਈ ਤਾਂ ਇਹਦਾ ਮਤਲਬ ਸਾਡੀ ਗੱਲ ਨੂੰ ਉਹਨਾਂ ਨੇ ਅਣਸੁਣੀ ਕਰਤਾ। ਹੁਣ ਅਸੀਂ ਵਾਰ-ਵਾਰ ਕਿਉਂ ਮਿੰਨਤਾਂ ਕਰੀ ਜਾਵਾਂਗੇ? ਹੁਣ ਅਸੀਂ ਕਹਾਂਗੇ ਸਿੱਧਾ ਵੀ ਕੋਈ ਪਿਓ ਭਾਵੇਂ NIA ਦਾ ਪਿਓ ਕਾ ਕੇ ਨੋਟਿਸ ਦੇ, ਕੋਈ ਨੋਟਿਸ ਦੇ ਇਨਵੈਸਟੀਗੇਸ਼ਨ 'ਚ ਜਾਣਾ ਨਹੀਂ। ਜਵਾਬ ਦੇਤਾ ਅਸੀਂ ਸਾਰਿਆਂ ਨੂੰ, ਕਹਿਤਾ ਵੀ ਜੇ ਤੁਹਾਨੂੰ ਘਰੋਂ 'ਚੋਂ ਗ੍ਰਿਫਤਾਰ ਕਰਨਾ ਹੋਊਗੀ ਤੇ ਪਿੰਡਾਂ ਦੇ ਵਿੱਚ ਇਹਨਾਂ ਦਾ ਘਰਾਓ ਕੀਤਾ ਜਾਊਗਾ ਤੇ ਇਹਨਾਂ ਨੂੰ ਬੇਰੰਗ ਮੋੜਿਆ ਜਾਊਗਾ। ਜਦੋਂ ਦਿੱਲੀ ਪੁਲਿਸ ਨਾਲ ਅੱਜ ਮੀਟਿੰਗ ਹੋਈ ਕਿ ਉਹ ਟਰੈਕਟਰਾਂ ਦੀ ਗੱਲ ਕੀਤੀ ਆ, ਜਿਹੜੇ ਚੈਨਲ ਦਿਖਾਉਂਦੇ ਆ ਵੀ ਭਾਈ ਟਰੈਕਟਰ ਬੜੇ ਸ਼ਿੰਗਾਰੇ ਜਾਂਦੇ ਆ, JCB ਲਿਆਏ, ਇਹੋ ਜਿਹੀ ਕੋਈ ਗੱਲ ਹੋਈ ਆ? ਦੇਖੋ ਜੀ, ਕੋਈ ਟਰੈਕਟਰਾਂ ਨੂੰ ਕੋਈ ਤੋਪ ਨਹੀਂ ਵੀਡੀਓ ਉਹਨਾਂ ਦੇ ਟਰੈਕਟਰਾਂ ਦੇ ਉੱਤੇ। ਸਿਰਫ ਉਹਨਾਂ ਦੇ ਉੱਤੇ ਡਰਾਈਵਰ ਦੀ ਸੁਰੱਖਿਆ ਲਈ ਜਿਹੜੀ ਕੈਬਨ ਬਣਾਈ ਹੈ ਜਾਂ ਛਤਰੀ ਕਹਿ ਲਓ, ਜਾਂ ਵੀ ਉਹਦੀ ਸ਼ੋਅ ਨਾ ਕੋਈ ਕਿਸੇ ਦੇ ਪੁਲਿਸ ਦੇ ਡੰਡੇ ਨਾਲ ਟੁੱਟ ਨਾ ਜਾਵੇ, ਉਹ ਸ਼ੋਅ ਦਾ ਕਵਰ ਬਣਾਇਆ ਹੋਇਆ। ਹੋਰ ਕੋਈ ਤੋਪ ਨਹੀਂ ਵੀੜੀ। ਜੇ ਉੱਤੇ ਛਤਰੀ ਲਾਈ ਆ, ਕੋਈ ਤੋਪ ਨਹੀਂ ਕਿਸੇ ਤੇ ਹਮਲਾ ਨਹੀਂ ਕਰਦੀ, ਉਹ ਸਿਰਫ ਆਪਣੀ ਸਵੈ ਰੱਖਿਆ ਦੀ ਖਾਤਰ ਹੈ। ਅੱਜ ਜਦੋਂ ਮੀਟਿੰਗ ਹੋਈ ਸੀ ਦਿੱਲੀ ਪੁਲਿਸ ਨਾਲ, ਉਹਨਾਂ ਨੇ ਕੋਈ ਇਹਦੇ ਬਾਰੇ ਕੋਈ ਗੱਲ-ਗੁੱਲ ਕੀਤੀ? ਕੁਛ ਦਿੱਲੀ ਪੁਲਿਸ ਕਹਿੰਦੀ ਆ ਵੀ ਬਾਹਰ KMP ਤੇ ਕਰ ਲਓ। ਅਸੀਂ ਸੱਦਾ ਦਿੱਤਾ ਦਿੱਲੀ ਅੰਦਰ ਜਿਹੜੀ ਰਿੰਗ ਰੋਡ ਹੈ, ਆਊਟਰ ਰਿੰਗ ਰੋਡ ਹੈ, KMP ਤਾਂ ਹਰਿਆਣੇ 'ਚ ਹੈ। ਬਿਲਕੁਲ ਕਿਸਾਨਾਂ ਨੂੰ ਅਸੀਂ ਸੱਦਾ ਦਿੱਤਾ ਵੀ ਦਿੱਲੀ ਪਰੇਡ ਕਰਨੀ ਆ, ਹੁਣ ਅਸੀਂ ਹਰਿਆਣੇ 'ਚ ਪਰੇਡ ਕਰਕੇ ਮੋੜ ਦਿਆਂਗੇ ਉਹਨਾਂ ਨੂੰ। ਅੱਜ ਜਿਸ ਤਰੀਕੇ ਨਾਲ ਸੁਪਰੀਮ ਸੋ ਜਿਹੜਾ ਹੈਗਾ ਤੁਸੀਂ ਵੇਖ ਰਹੇ ਸੀਗੇ, ਆਪਣੇ ਨਾਲ ਸੀਗੇ ਆਪਾਂ ਕਹਗੇ ਸਰਜੀਤ ਸਿੰਘ ਫੂਲ ਜੀ, ਜਿਹੜੇ ਕਿ BKU ਕ੍ਰਾਂਤੀਕਾਰੀ ਦੇ ਨੇ ਜਿਹੜੇ ਪ੍ਰਧਾਨ ਨੇ। ਉਹਨਾਂ ਦਾ ਸਿੱਧਾ ਕਹਿਣਾ ਕਿ ਅਸੀਂ ਜਿਹੜਾ ਹੈਗਾ ਕਰਨਾ ਜਿਹੜਾ ਹੈਗਾ ਅੰਦਰ ਹੀ ਕਰਨਾ ਹੈ, ਜਿੰਨਾ ਹੋਣਾ।